ਮੇਰੇ ਦੋਸਤੋ ਮਿੱਤਰੋ ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਕਲਾਸ 9th ਚੈਪਟਰ ਪਹਿਲਾ ਮੈਟਰ ਇਨ ਆਵਰ ਸਰਾਊਂਡਿੰਗਸ ਪੜ੍ਹਾ ਚੁੱਕਿਆ ਗਾ। ਜਿਸ ਨੇ ਉਹ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਲਵੋ। ਅਤੇ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੇ ਕੁਐਸਚਨ ਆਨਸਰ ਕਰਾਂਗੇ। ਤਾਂ ਬਿਨਾਂ ਟਾਈਮ ਗਵਾਏ ਵੀਡੀਓ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਹੈਗਾ ਗਾ, ਵਿਚ ਆਫ ਦਾ ਫੋਲੋਇੰਗ ਆਰ ਮੈਟਰ? ਚੇਅਰ, ਏਅਰ, ਲਵ, ਸਮੈਲ, ਹੀਟ, ਆਲਮੰਡਸ, ਥਾਊਟ, ਕੋਲਡ ਡਰਿੰਕ, ਸਮੈਲ ਆਫ ਪਰਫਿਊਮ। ਇਹਨਾਂ ਵਿੱਚੋਂ ਮੈਟਰ ਕੀ ਚੀਜ਼ ਆ? ਮੈਂ ਤੁਹਾਨੂੰ ਸਮਝਾਇਆ ਸੀ ਮੈਟਰ ਉਹ ਹੁੰਦਾ ਗਾ ਜਿਹੜਾ ਮਤਲਬ ਦਿਖੇ ਕੋਈ ਚੀਜ਼ ਜਿਹਦੀ ਪਾਰਟੀਕਲਸ ਹੋਣ। ਇਹਨਾਂ ਵਿੱਚੋਂ ਚੇਅਰ ਆ, ਏਅਰ ਇੱਕ ਮੈਟਰ, ਆਲਮਸ ਆ, ਕੋਲਡ ਡਰਿੰਕ ਆ, ਹੋਰ ਸਮੈਲ ਤਾਂ ਇੱਕ ਉਹ ਹੁੰਦੀ ਆ ਉਹ ਵੀ ਨਹੀਂ ਹੈਗਾ ਗਾ, ਅਤੇ ਸਮੈਲ ਆਫ ਪਰਫਿਊਮ ਵੀ ਨਹੀਂ ਹੈਗਾ, ਥਾਊਟ ਸੋਚਣਾ ਵੀ ਨਹੀਂ ਹੈਗਾ ਗਾ। ਕੁਐਸਚਨ 2, give reasons for the following observance. The smell of hot sizzling food reaches you several meters away, but to get the smell from cold you have to go close. ਮਤਲਬ ਇਹਦੇ ਰੀਜ਼ਨ ਦੇਵੋ ਵੀ ਜਿਹੜੀ ਤੱਤਾ ਭੋਜਨ ਹੁੰਦਾ ਵਾ, ਗਰਮ ਭੋਜਨ, ਉਹਦੀ ਸਮੈਲ ਦੂਰ ਤੱਕ ਜਾਂਦੀ ਹੈਗੀ, ਅਤੇ ਜਿਹੜੀ ਠੰਡਾ ਭੋਜਨ ਹੁੰਦਾ ਉਹਦੀ ਬਹੁਤ ਜ਼ਿਆਦਾ ਨੇੜੇ ਤੱਕ ਆਉਂਦੀ ਹੈਗੀ। ਬਿਕੋਜ਼ ਦਾ ਰੇਟ ਆਫ ਡਿਫਿਊਜ਼ਨ ਆਫ ਪਾਰਟੀਕਲਸ ਆਫ ਹੌਟ ਸਿਜ਼ਲਿੰਗ ਫੂਡ ਇਜ਼ ਹਾਈ ਡਿਊ ਟੂ ਹਾਈ ਟੈਂਪਰੇਚਰ। ਜਿੰਨਾ ਵੱਧ ਹਾਈ ਟੈਂਪਰੇਚਰ ਹੋਊ ਓਨੀ ਵੱਧ ਉਹਦੇ ਪਾਰਟੀਕਲ ਦੇ ਵਿੱਚ ਐਨਰਜੀ ਆਊਗੀ, ਤਾਂ ਕਰਕੇ ਉਹ ਹਿੱਲਣਗੇ, ਉਹ ਦੂਰ ਜਾਊਗੀ ਸਮੈਲ, ਅਤੇ ਜਿੰਨੀ ਘੱਟ ਹੋਊਗੀ ਓਨੀ ਪਾਸ 'ਚ ਸਮੈਲ ਆਊਗੀ। ਕੁਐਸਚਨ 3, ਏ ਡਾਈਵਰ ਇਜ਼ ਏਬਲ ਟੂ ਕੱਟ ਥਰੂਆਊਟ ਵਾਟਰ ਇਨ ਸਵੀਮਿੰਗ ਪੂਲ, ਵਿਚ ਪ੍ਰੋਪਰਟੀ ਆਫ ਮੈਟਰ ਦਿਸ ਓਬਜ਼ਰਵੇਸ਼ਨ ਸੋ। ਮਤਲਬ ਜਿਹੜਾ ਇੱਕ ਡਾਈਵਰ ਹੁੰਦਾ ਤੈਰਾਕ, ਉਹ ਸਵੀਮਿੰਗ 'ਚ ਜਦੋਂ ਪਾਣੀ ਨੂੰ ਐਂ ਕੱਟਦਾ ਪਿੱਛੇ ਨੂੰ, ਉਹ ਕਿਹੜੀ ਪ੍ਰੋਪਰਟੀ ਸ਼ੋਅ ਕਰਦਾ? ਜਿਹੜੇ ਆਨਸਰ, ਬਿਕੋਜ਼ ਲਿਕੁਇਡ ਪਾਰਟੀਕਲਸ ਹੈਵ ਇੰਟਰਮੋਲੀਕੂਲਰ ਫੋਰਸ ਹੈਜ਼ ਲੈਸ ਫੋਰਸ ਆਫ ਅਟਰੈਕਸ਼ਨ ਬਿਟਵੀਨ ਦੈਮ। ਦੇਖੋ ਪਾਣੀ ਦੇ ਵਿੱਚ ਲੈਸ ਫੋਰਸ ਆਫ ਅਟਰੈਕਸ਼ਨ ਹੁੰਦੀ ਉਹਨਾਂ ਦੇ ਪਾਰਟੀਕਲ ਦੇ ਵਿੱਚ। ਮੈਂ ਤੁਹਾਨੂੰ ਸਮਝਾ ਕੇ ਗਿਆ ਗਾ, ਜਦੋਂ ਉਹ ਐਂ ਕਰਕੇ ਪਿੱਛੇ ਨੂੰ ਕੱਢੂਗਾ ਉਹ ਕੱਢ ਸਕਦਾ ਗਾ, ਕਿਉਂਕਿ ਉੱਥੇ ਸਪੇਸ ਵੱਧ ਹੁੰਦੀ ਆ, ਅਤੇ ਕੋਈ ਵੀ ਸੋਲਿਡ ਚੀਜ਼ ਟੇਬਲ ਉਹਦੇ ਵਿੱਚ ਆਪਾਂ ਕਰ ਨਹੀਂ ਸਕਦੇ ਐਵੇਂ, ਉਹਦੇ ਵਿੱਚ ਫੋਰਸ ਆਫ ਅਟਰੈਕਸ਼ਨ ਘੱਟ ਹੁੰਦੀ ਹੈ ਪਾਣੀ ਵਿੱਚ, ਤਾਂ ਕਰਕੇ ਕਰ ਸਕਦਾ ਹੁੰਦਾ। ਕੁਐਸਚਨ 4, ਵਟ ਆਰ ਦਾ ਕਰੈਕਟਰਿਸਟਿਕਸ ਆਫ ਪਾਰਟੀਕਲਸ ਆਫ ਮੈਟਰ? ਮੈਟਰ ਦੇ ਪਾਰਟੀਕਲ ਦੀ ਕੀ ਕਰੈਕਟਰਿਸਟਿਕਸ ਨੇ? ਫਸਟ, ਪਾਰਟੀਕਲਸ ਆਫ ਮੈਟਰ ਹੈਵ ਸਪੇਸ ਬਿਟਵੀਨ ਦੈਮ। ਇਹਨਾਂ ਦੇ ਵਿਚਾਲੇ ਸਪੇਸ ਹੁੰਦੀ ਹੈਗੀ। ਸੈਕਿੰਡ, ਪਾਰਟੀਕਲਸ ਆਫ ਮੈਟਰ ਆਰ ਕੰਟੀਨਿਊਸਲੀ ਮੂਵਿੰਗ। ਇਹ ਲਗਾਤਾਰ ਹਿਲਦੇ ਰਹਿੰਦੇ ਹੈਗੇ। ਥਰਡ, ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਇਹ ਇੱਕ ਦੂਜੇ ਨੂੰ ਅਟਰੈਕਟ ਕਰਦੇ ਰਹਿੰਦੇ ਹੈਗੇ। ਪਾਰਟੀਕਲਸ ਆਫ ਮੈਟਰ ਇੱਕ ਦੂਜੇ ਨੂੰ ਅਟਰੈਕਟ ਕਰਦੇ ਰਹਿੰਦੇ ਆ। ਕੁਐਸਚਨ 5, ਕੁਐਸਚਨ 5, ਵਟ ਆਰ ਦਾ ਡਿਫਰੈਂਸਿਸ ਇਨ ਸਟੇਟਸ ਆਫ ਮੈਟਰ? ਇਹ ਮੈਂ ਤੁਹਾਨੂੰ ਲੈਸਨ ਦੇ ਵਿੱਚ ਹੀ ਕਵਰ ਕਰਵਾ ਚੁੱਕਿਆ ਗਾ। ਆਹ ਜਿਹੜੇ ਸਾਰੇ ਲਿਖੇ ਹੋਏ ਇੱਥੇ ਸਕਰੀਨ 'ਚ, ਇਹ ਸਾਰੇ ਹੈਗੇ ਡਿਫਰੈਂਸਿਸ। ਕਾਪੀ 'ਤੇ ਉਤਾਰ ਲਓ, ਜੇ ਤੁਸੀਂ ਸਮਝਣੇ ਹੈਗੇ ਜਾ ਕੇ ਉਹ ਵੀਡੀਓ ਦੇਖੋ, ਤੁਹਾਨੂੰ ਸਭ ਸਮਝ ਆ ਜਾਵੇਗਾ। ਨੈਕਸਟ ਕੁਐਸਚਨ, ਗਿਵ ਰੀਜ਼ਨਸ। ਰੀਜ਼ਨ ਦੇਣੇ ਹੁਣ ਵੀ ਇਹ ਕਿਉਂ ਆ। ਇੱਕ ਗੈਸ ਫਿਲਜ਼ ਕੰਪਲੀਟਲੀ ਦਾ ਵੈਸਲ ਇਨ ਵਿਚ ਇਜ਼ ਕੈਪਟ। ਮਤਲਬ ਇੱਕ ਗੈਸ ਕੋਈ ਵੈਸਲ 'ਚ, ਕੋਈ ਉਹਦੇ ਵਿੱਚ ਕਿਉਂ, ਕੰਟੇਨਰ 'ਚ ਕਿਉਂ ਭਰਦੇ ਹੈਗੇ ਪੂਰੀ ਤਰ੍ਹਾਂ? ਬਿਕੋਜ਼ ਦਾ ਗੈਸ ਪਾਰਟੀਕਲਸ ਮੂਵ ਫਰੀਲੀ ਇਨ ਆਲ ਡਾਇਰੈਕਸ਼ਨ ਡਿਊ ਟੂ ਦਾ ਲੈਸ ਫੋਰਸ ਆਫ ਅਟਰੈਕਸ਼ਨ ਬਿਟਵੀਨ ਦਾ ਪਾਰਟੀਕਲਸ। ਮਤਲਬ ਇਹਨਾਂ ਦੇ ਜਿਹੜੇ ਪਾਰਟੀਕਲਸ ਹੁੰਦੇ ਆ ਗੈਸ ਦੇ, ਉਹਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੀ ਹੈਗੀ ਫੋਰਸ ਆਫ ਅਟਰੈਕਸ਼ਨ, ਤਾਂ ਕਰਕੇ ਉਹ ਕਦੇ ਵੀ ਕਿਤੇ ਵੀ ਘੁੰਮ ਸਕਦੇ ਹੈਗੇ। ਇਸ ਲਈ ਇਹਨੂੰ ਕੰਟੇਨਰ ਦੇ ਵਿੱਚ ਰੱਖਣਾ ਪੈਂਦਾ ਗਾ, ਤਾਂ ਕਿ ਇਹ ਕਿਤੇ ਜਾਵੇ ਨਾ ਉੱਡ ਕੇ। ਨੈਕਸਟ, ਬੀ ਪਾਰਟ ਮਤਲਬ ਗਿਵ ਰੀਜ਼ਨ ਦਾ। ਇਹ ਗੈਸ ਐਕਸਟ੍ਰੇਟ ਪ੍ਰੈਸ਼ਰ ਔਨ ਦਾ ਵਾਲਜ਼ ਆਫ ਦਾ ਕੰਟੇਨਰ। ਵੀ ਗੈਸ ਆ ਜਿਹੜੀ ਉਹ ਕੰਟੇਨਰ ਦੇ ਵਾਲ 'ਤੇ ਕਿਉਂ ਪ੍ਰੈਸ਼ਰ ਲਾਉਂਦੀ ਆ? ਬਿਕੋਜ਼ ਦਾ ਗੈਸ ਪਾਰਟੀਕਲਸ ਮੂਵ ਫਰੀਲੀ ਇਨ ਆਲ ਡਾਇਰੈਕਸ਼ਨ and these particles continuously collide among themselves and they are also hit the walls of container with a greater force। ਮਤਲਬ ਉਹਨਾਂ ਵਿੱਚ ਲੈਸ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ, ਅਤੇ ਉਹ ਕਿਧਰੇ ਵੀ ਜਾ ਸਕਦੇ ਆ, ਫਰੀਲੀ ਮੂਵ ਕਰ ਸਕਦੇ ਹੈਗੇ। ਗੈਸ ਦੇ ਪਾਰਟੀਕਲਸ ਹੁੰਦੇ ਹੈਗੇ, ਅਤੇ ਉਹ ਆਪਸ ਵਿੱਚ ਕੋਲਾਈਡ ਕਰਦੇ ਰਹਿੰਦੇ ਹੈਗੇ, ਮਤਲਬ ਆਪਸ ਵਿੱਚ ਟੱਕਰਾਂ ਕਰਦੇ ਰਹਿੰਦੇ ਹੈਗੇ। ਉਹ ਟੱਕਰ ਬੋਲਸ ਮਤਲਬ ਕੰਟੇਨਰ ਦੀਆਂ ਜਿਹੜੀਆਂ ਕੰਧਾਂ ਹੁੰਦੀਆਂ ਉਹਨਾਂ ਨੂੰ ਵੀ ਹਿੱਟ ਕਰਦੇ ਹੈਗੇ ਬਹੁਤ ਜ਼ਿਆਦਾ ਫੋਰਸ ਦੇ ਨਾਲ। ਥਰਡ, ਇਹ ਵੁਡਨ ਟੇਬਲ ਸ਼ੁੱਡ ਬੀ ਕਾਲਡ ਏ ਸੋਲਿਡ। ਵੁਡਨ ਟੇਬਲ ਨੂੰ ਆਪਾਂ ਸੋਲਿਡ ਕਿਉਂ ਕਹਿੰਦੇ ਹੈਗੇ? ਬਿਕੋਜ਼ ਇਹ ਵੁਡਨ ਟੇਬਲ ਹੈਜ਼ ਏ ਡੈਫੀਨੇਟ ਸ਼ੇਪ ਐਂਡ ਵੋਲਿਊਮ। ਮੈਂ ਤੁਹਾਨੂੰ ਸੋਲਿਡ ਦੀ ਪਰਿਭਾਸ਼ਾ ਹੀ ਆ, ਜਿਹਦੀ ਡੈਫੀਨੇਟ ਸ਼ੇਪ ਹੁੰਦੀ ਹੈ ਅਤੇ ਵੋਲਿਊਮ ਹੁੰਦੀ ਆ, ਬਸ ਉਹੀ ਆ।
We can easily move our hand in air, but to the same throughout a solid block of wood, we need a karate expert। ਮਤਲਬ ਆਪਾਂ ਏਅਰ ਦੇ ਵਿੱਚ ਐ ਹਵਾ ਦੇ ਵਿੱਚ ਹੱਥ ਮਾਰ ਸਕਦੇ ਹੈਗੇ, ਅਤੇ ਜੇ ਆਪਾਂ ਉਹੀ ਸੋਲਿਡ ਦੇ ਵਿੱਚ ਮਾਰੀਏ, ਸੋਲਿਡ ਕੋਈ ਚੀਜ਼ ਦੇ ਵਿੱਚ ਮਾਰੀਏ, ਆਪਾਂ ਨੂੰ ਕਰਾਟੇ ਐਕਸਪਰਟ ਹੋਣਾ ਪੈਂਦਾ। ਬਿਕੋਜ਼ ਏਅਰ ਪਾਰਟੀਕਲਸ ਹੈਵ ਲਾਰਜ ਸਪੇਸ ਇਨ ਬਿਟਵੀਨ ਦੈਮ। ਏਅਰ ਪਾਰਟੀਕਲ ਦੇ ਵਿੱਚ ਬਹੁਤ ਜ਼ਿਆਦਾ ਸਪੇਸ ਹੁੰਦੀ ਹੈਗੀ ਉਹਨਾਂ ਦੇ ਵਿੱਚ। ਵੇਅਰਸ ਵੁੱਡ ਹੈਜ਼ ਲਿਟਲ ਸਪੇਸ ਬਿਟਵੀਨ ਦੈਮ। ਵੇਅਰਸ ਵੁੱਡ ਹੈਜ਼ ਲਿਟਲ ਸਪੇਸ ਬਿਟਵੀਨ ਦੈਮ ਹੁੰਦੀ ਆ, ਮਤਲਬ ਉਹਦੇ ਵਿੱਚ ਦੇਖੋ ਏਅਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਪੇਸ ਹੁੰਦੀ ਹੈਗੀ ਪਾਰਟੀਕਲ ਦੇ ਵਿੱਚ, ਤਾਂ ਕਰਕੇ ਆਪਾਂ ਹੱਥ ਮਾਰ ਪਾਉਂਦੇ ਹੈਗੇ, ਅਤੇ ਵੁੱਡ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਸਪੇਸ, ਤਾਂ ਕਰਕੇ ਉਹਦੇ ਵਿੱਚ ਆਪਾਂ ਹੱਥ ਨਹੀਂ ਮਾਰ ਸਕਦੇ। ਉਹਦੇ ਵਿੱਚ ਅਟਰੈਕਸ਼ਨ ਵਾਲੀ ਹੁੰਦੀ ਹੈਗੀ ਉਹਨਾਂ ਦੀ ਪਾਰਟੀਕਲ ਦੀ। ਕੁਐਸਚਨ 8, ਕਨਵਰਟ ਦਾ ਫੋਲੋਇੰਗ ਟੈਂਪਰੇਚਰ ਟੂ ਸੈਲਸੀਅਸ ਸਕੇਲ। Question 8. Liquid generally have lower density as compared to solid, but you most have observed that ice floats on water। ਮਤਲਬ ਲਿਕੁਇਡ ਦੀ ਊਂ ਤਾਂ ਬਹੁਤ ਜ਼ਿਆਦਾ ਉਹਦੇ ਵਿੱਚ ਸਪੇਸ ਹੁੰਦੀ ਹੈ ਸੋਲਿਡ ਤੋਂ, ਪਰ ਜਿਹੜੀ ਆਈਸ ਹੁੰਦੀ ਹੈਗੀ ਉਹ ਵੀ ਪਾਣੀ ਦੇ ਉੱਤੇ ਕਿਵੇਂ ਤੈਰ ਪਾਉਂਦੀ ਆ। ਆਈਸ ਇਜ਼ ਏ ਸੋਲਿਡ, ਆਈਸ ਸੋਲਿਡ ਆ, ਬਟ ਇਟ ਹੈਜ਼ ਏ ਲਾਰਜ ਨੰਬਰ ਆਫ ਐਮਪਟੀ ਸਪੇਸਿਸ। ਪਰ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਸਪੇਸਿਸ ਹੈ, ਕਿਉਂਕਿ ਬਣੀ ਤਾਂ ਪਾਣੀ ਤੋਂ ਹੀ ਆ ਭਾਵੇਂ ਦੀ। ਵਟ ਇਜ਼ ਏ ਫਿਜ਼ੀਕਲ ਸਟੇਟ ਆਫ ਵਾਟਰ ਐਟ। ਫਿਜ਼ੀਕਲ ਸਟੇਟ ਕੀ ਹੈਗੀ ਵਾਟਰ ਦੀ, ਇਹ 250 ਡਿਗਰੀ ਸੈਲਸੀਅਸ 'ਤੇ। 250 ਡਿਗਰੀ ਤੇ ਸੈਲਸੀਅਸ ਤਾਂ ਗੈਸ ਸਟੇਟ ਹੋਊਗਾ ਵੀ 100 ਡਿਗਰੀ ਤੋਂ ਜ਼ਿਆਦਾ ਤਾਂ ਗੈਸ ਬਣਨ ਲੱਗ ਜਾਂਦੀ ਹੈ, ਜਦੋਂ ਉਹ ਬਣਨ ਲੱਗ ਜਾਂਦਾ ਪੂਰਾ ਵੀ 100 ਡਿਗਰੀ ਸੈਲਸੀਅਸ 100 ਡਿਗਰੀ ਸੈਲਸੀਅਸ। ਲਿਕੁਇਡ ਵੀ ਹੋਊਗਾ, ਗੈਸ ਵੀ ਹੋਊ, ਦੋਨੇ ਹੋਣਗੇ ਇਹਦੇ 'ਤੇ। ਨੈਕਸਟ ਕੁਐਸਚਨ, ਹਾਊ ਡਜ਼ ਵਾਟਰ ਕੈਪਟ ਇਨ ਅਰਥਨ ਪੁਆਇੰਟ। ਅਰਥਨ ਪੁਆਇੰਟ ਤੌੜਾ, ਮਤਲਬ ਕਿ ਜਿਹਨੂੰ ਆਪਾਂ ਉਹ ਕਹਿੰਦੇ ਨੇ ਮਟਕਾ, ਬਿਕਮ ਕੂਲ ਡਿਊਰਿੰਗ ਸਮਰਸ। ਉਹਦੇ ਵਿੱਚ ਪਾਣੀ ਕਿਉਂ ਠੰਡਾ ਰਹਿੰਦਾ, ਤੁਸੀਂ ਦੇਖਿਆ ਹੀ ਹੋ। ਐਨ ਅਰਥਨ ਪੋਟ ਕੰਸਿਸਟ ਆਫ ਮੈਨੀ ਟੀਨੀ pores throughout which the liquid inside the pot evaporates। As we know that evaporation causes cooling, due to high rate of evaporation the water inside the pot become cool during summers। ਮਤਲਬ ਉਹਦੇ ਵਿੱਚ ਨਿੱਕੇ ਨਿੱਕੇ ਪੋਰਜ ਹੁੰਦੇ ਹੈਗੇ, ਨਿੱਕੇ ਨਿੱਕੇ ਉਹਦੇ ਵਿੱਚ ਪੋਰਸ ਹੋਣ ਕਾਰਨ ਉਹਦੇ ਵਿੱਚ ਹਵਾ ਜਾਂਦੀ ਰਹਿੰਦੀ ਹੈਗੀ, ਤਾਂ ਉਹ ਤੁਸੀਂ ਦੇਖੇ ਜਿਹੜੀ ਹਵਾ ਜਾਂਦੀ ਰਹਿੰਦੀ ਹੈ ਉਹਨੂੰ ਠੰਡਾ ਰੱਖਦੀ ਹੈਗੀ ਪਾਣੀ ਨੂੰ। ਓਕੇ, ਨੈਕਸਟ ਐਕਸਰਸਾਈਜ਼ 'ਤੇ ਆ ਗਏ ਹੁਣ ਆਪਾਂ। ਕਨਵਰਟ ਦਾ ਫੋਲੋਇੰਗ ਟੈਂਪਰੇਚਰ ਟੂ ਸੈਲਸੀਅਸ ਸਕੇਲ। ਇਹਨੂੰ ਸੈਲਸੀਅਸ ਸਕੇਲ ਦੇ ਵਿੱਚ ਕਰੋ। ਕੈਲਵਿਨ 'ਚ ਪਹਿਲਾਂ ਇਹ 300 ਕੈਲਵਿਨ। ਜਦੋਂ ਵੀ ਕੈਲਵਿਨ ਤੋਂ ਸੈਲਸੀਅਸ 'ਚ ਕਰਨਾ ਗਾ, ਉਦੋਂ ਮਾਈਨਸ ਕਰ ਦੇਣਾ 273 ਨੂੰ ਮਾਈਨਸ ਕਰ ਦੇਣਾ ਗਾ। ਜਦੋਂ ਕੈਲਵਿਨ 'ਚ ਕਨਵਰਟ ਕਰਨਾ ਉਦੋਂ ਪਲੱਸ ਕਰ ਦੇਣਾ ਗਾ। ਹੁਣ 300 ਕੈਲਵਿਨ ਆ, ਇਹਦੇ 'ਚ ਆਪਾਂ 273 ਮਾਈਨਸ ਕਰ ਦਾਂਗੇ, 27 ਡਿਗਰੀ ਸੈਲਸੀਅਸ ਆ ਗਿਆ। ਬੀ 573 ਕੈਲਵਿਨ, ਇਹ 'ਚੋਂ ਵੀ ਉਵੇਂ ਕਰਕੇ 300 ਸੈਲਸੀਅਸ ਆ ਗਿਆ। ਸੈਕਿੰਡ ਕੁਐਸਚਨ, ਕਨਵਰਟ ਦਾ ਫੋਲੋਇੰਗ ਟੈਂਪਰੇਚਰ ਟੂ ਕੈਲਵਿਨ ਸਕੇਲ। ਇਹਦੇ ਵਿੱਚ ਆਪਾਂ ਨੇ ਪਲੱਸ ਕਰ ਦੇਣਾ 25 ਡਿਗਰੀ ਸੈਲਸੀਅਸ, ਇਹਦੇ ਵਿੱਚ ਪਲੱਸ ਕਰਕੇ 218 ਕੈਲਵਿਨ ਆ ਗਿਆ। ਐਂ ਕਰਕੇ give reasons for the following observation। Naphthalene balls disappear with time without leaving any solid। ਉਹ ਗਾਇਬ ਕਦੋਂ ਹੋ ਜਾਂਦੀ ਹੈਗੀ ਕੋਈ ਵੀ ਸੋਲਿਡ ਲੀਵ ਕਰੇ ਤੋਂ ਬਿਨਾਂ। ਨੈਪਥਲੀਨ ਬਾਲਸ ਹੁੰਦੀਆਂ ਜਿਹੜੀਆਂ, ਬਿਕੋਜ਼ ਨੈਪਥਲੀਨ ਬਾਲਸ ਕੰਪੇਅਰ ਕਨਵਰਟਸ ਡਾਇਰੈਕਟਲੀ ਇਨਟੂ ਗੈਸ ਫਰੋਮ ਪ੍ਰੋਸੈਸ ਆਫ ਲਿਵਿੰਗ। ਉਹ ਸਿੱਧਾ ਹੀ ਗੈਸ ਦੇ ਵਿੱਚ ਹੋ ਜਾਂਦੀ ਹੈਗੀ, ਲਿਕੁਇਡ ਦੇ ਵਿੱਚ ਨਹੀਂ ਹੁੰਦੀਆਂ। ਠੀਕ ਹੈ। Arrange the following in substance in increasing order of force of attraction between particles water sugar oxygen। ਇਹ ਤੁਸੀਂ ਵੀ ਕਰ ਸਕਦੇ ਹੋ, ਫਿਰ ਵੀ ਮੈਂ ਕਰਵਾ ਦਿੰਦਾ ਗਾ। ਗੈਸ ਪਹਿਲਾਂ ਆਉਂਦੀ ਹੈਗੀ ਜਿਹੜੀ ਮਤਲਬ ਜਿਹਦੇ ਵਿੱਚ ਬਹੁਤ ਜ਼ਿਆਦਾ ਸਪੇਸ ਹੁੰਦੀ ਆ, ਲੈਸ ਹੁੰਦੀ ਆ ਫੋਰਸ ਆਫ ਅਟਰੈਕਸ਼ਨ, ਆਕਸੀਜਨ, ਫਿਰ ਆਊ ਵਾਟਰ, ਫਿਰ ਆਊ ਸ਼ੂਗਰ। ਨੈਕਸਟ ਕੁਐਸਚਨ, ਵਟ ਇਜ਼ ਦਾ ਫਿਜ਼ੀਕਲ ਸਟੇਟ ਆਫ ਵਾਟਰ ਐਟ। ਫਿਜ਼ੀਕਲ ਸਟੇਟ ਕੀ ਹੋਊ ਵਾਟਰ ਦੀ 25 ਡਿਗਰੀ ਸੈਲਸੀਅਸ 'ਤੇ, 0 ਡਿਗਰੀ ਸੈਲਸੀਅਸ 'ਤੇ, 100 ਡਿਗਰੀ ਸੈਲਸੀਅਸ 'ਤੇ। 25 ਡਿਗਰੀ ਸੈਲਸੀਅਸ 'ਤੇ ਤਾਂ ਉਹਦੀ ਲਿਕੁਇਡ ਹੀ ਹੋਊਗੀ, ਇੰਨਾ ਗਰਮ ਨਹੀਂ ਹੁੰਦਾ। 0 ਡਿਗਰੀ 'ਤੇ ਉਹਦੀ ਸੋਲਿਡ ਵੀ ਹੋ ਸਕਦੀ ਹੈ, ਲਿਕੁਇਡ ਵੀ, ਮਤਲਬ ਦੋਨੇ ਹੋਣਗੀਆਂ। 100 ਡਿਗਰੀ 'ਤੇ ਗੈਸ ਵੀ ਅਤੇ ਲਿਕੁਇਡ ਵੀ। ਓਕੇ, ਨੈਕਸਟ, ਵਾਈ ਇਜ਼ ਆਈਸ ਐਟ
273 Kelvin, more effective in cooling than water at the same temperature. बिकॉज मतलब वो जी 273 कैलविन ते टैंपरेचर से पानी इन्ना ठंडा नहीं होंदा जिन्नी बर्फ होंदी है। क्यों? बिकॉज एट 273 कैलविन हैज़ लैस एनर्जी दैन वाटर, बिकॉज वाटर पोजेसिस द एडिशनल एनर्जी ऑफ लेटेंट हीट। मतलब बर्फ आ जी लैस एनर्जी करती है, वो बहुत ज़्यादा हीट प्रोड्यूस करता वाटर, तां करके वो ठंडी हो जाती हैगी, बर्फ ज़्यादा ठंडी होंगी है। बट प्रोड्यूस द मोर सर्वड वनस बॉइलिंग। नेक्स्ट क्वेश्चन, नेम ABCDE एंड F द फॉलोइंग डायग्राम शोइंग इन द स्टेट्स। फॉलोइंग डायग्राम ਦੇ ਵਿੱਚ ए ਪਹਿਲਾਂ ए ਤਾਂ ਹੈਗੀ ਫਿਊਜ਼ਨ, B ਹੈਗੀ ਵੈਪੋਰਿਜ਼ਨ, C ਹੈਗੀ ਕੰਡੈਂਸੇਸ਼ਨ, ਸੋਲਿਡਿਫਿਕੇਸ਼ਨ ਆਊ, ਫਿਰ E ਤੇ ਸਬਲਿਮੀਨੇਸ਼ਨ, F ਤੇ ਫਿਰ ਦੁਬਾਰਾ ਸਬਲਿਮੀਨੇਸ਼ਨ। ਓਕੇ, ਹੁਣ ਆਪਾਂ ਨੇ ਸਾਰੇ ਕੁਐਸਚਨ ਕਰ ਲਏ ਆ। ਮੈਂ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਆਪਣੇ ਇਹ ਲੈਸਨ ਕੰਪਲੀਟ ਕਰ ਲਿਆ ਗਾ। ਜਿਨ੍ਹਾਂ ਨੇ ਮੇਰੀ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਉਹ ਦੇਖ ਲੈਣ, ਤੁਹਾਨੂੰ ਪੂਰਾ ਲੈਸਨ ਸਮਝ ਆ ਜਾਊ, ਉਹ ਵੀ ਪੰਜਾਬੀ 'ਚ। ਨੈਕਸਟ ਆਪਾਂ ਇੰਗਲਿਸ਼ ਦਾ ਲੈਸਨ ਕਰਾਂਗੇ। ਉਦੋਂ ਤੱਕ ਲਈ ਧੰਨਵਾਦ।